ਅੱਜ ਅਸੀਂ ਇਹੋ ਜਿਹੇ ਕਿਸਾਨ ਸਕੂਲ 'ਚ ਆਏ ਹਾਂ। ਇੱਥੇ ਤਰਲੋਚਨ ਸਿੰਘ ਨੇ ਕਿਸਾਨ ਨੇ, ਨਾਲ ਸਤਨਾਮ ਸਿੰਘ ਨੇ ਤੇ ਸੁਖਵਿੰਦਰ ਸਿੰਘ, ਇਹ ਵੱਖਰੇ ਵੱਖਰੇ ਕਿਸਾਨਾਂ ਨੇ बड़े वधिया उपराले इत्थे कीते ने और उचेचे तौर पर इस किसान स्कूल दे विच चल के आए ने साडे खेतीबाड़ी विभाग पंजाब के डायरैक्टर डॉक्टर सुतंत्र कुमार एरे जी, नाल ने जिले के मुख्य खेतीबाड़ी अफसर डॉक्टर सुरिंदर सिंह, इंजीनियर नवदीप सिंह जी ने ते डॉक्टर मनदीप सिंह इस इलाके के खेतीबाड़ी विकास अफसर भी इत्थे मौजूद ने। सो कुल मिला के खेती के तकनीकों का आदान प्रदान इस माध्यम राही करना, ये तुहानूं दिखाउण दा मकसद ये है कि आपां भी उस इलाके जिथे अजे स्कूल होण, अजे किसान होण जिन्हां ने वधिया काम कीता है, उन्हां कोलों आपां नूं सिੱਖਣ ਦੀ ਜ਼ਰੂਰਤ ਹੈਗੀ ਏ। ਇਹਦੀ ਸਾਹਿਬ ਜਦੋਂ ਅਸੀਂ ਗੱਲ ਕਿਸਾਨਾਂ ਦੀ ਕਰਨੇ ਆ ਤੇ ਕਿਸਾਨ ਤੋਂ ਕਿਸਾਨ ਤੱਕ ਤਕਨੀਕ ਦਾ ਜਿਹੜਾ ਆਦਾਨ ਪ੍ਰਦਾਨ ਹੈ, ਇਹ ਬੜਾ ਇੱਕ ਮਜ਼ਬੂਤ ਹਥਿਆਰ ਬਣਦਾ ਜਾ ਰਿਹਾ ਤਾਂ ਕਿ ਤਕਨੀਕਾਂ ਦਾ ਪ੍ਰਸਾਰ ਵਧੀਆ ਢੰਗ ਨਾਲ ਹੋਵੇ। ਕਿੱਦਾਂ ਮੰਨਦੇ ਹੋ ਬਤੌਰ ਡਾਇਰੈਕਟਰ, ਤੁਸੀਂ ਪੂਰੇ ਸੂਬੇ 'ਚ ਜਾਂਦੇ ਹੋ, ਕਿੱਦਾਂ ਦੇ ਮਾਹੌਲ ਹੈ? देखो, एक तो इसलिए समा है तकनीक का, और तकनीकों का किसानों नूं ज्ञान होना बहुत ही जरूरी है। और ये लिए खेतीबाड़ी विभाग जिहड़ा उन्हां दी ये मुख्य जिम्मेवारी है भी असी हर वो ज्ञान, हर वो तकनीक जिहड़ी समय की लोड़ अनुसार जरूरी है, जिहदे करके साडे खेती की उपज भी वधे और मैरी उपज होए, उहदे लई किसानां नूं जाणू कराउणा। तो ਉਹਦੇ ਲਈ ਖੇਤੀਬਾੜੀ ਵਿਭਾਗ लगातार इदां ਦੇ किसान स्कूल भी लगाता रहता, जगह जगह लगाए हुए है। और उस तो इलावा असी ट्रेनिंग कैंप लगाउने हाँ। उस तो बाद असी किसानां दी लोड़ मुताबक उन्होंने प्रदर्शनियां लगाउने हाँ, ताकि किसान उहदे तो जानकारी उदां दी जिद्दां दी चाहीदी है, हर मुकम्मल जानकारी उस फसल बारे प्राप्त कर सकन। ਇਹ ਤੋਂ ਇਲਾਵਾ ਕਿਸਾਨਾਂ ਨੂੰ ਲੋੜ ਮੁਤਾਬਕ ਜਿੱਦਾਂ ਦੀ ਕਿਸਾਨ ਜਾਣਕਾਰੀ ਹੋਰ ਕਿਸੇ ਰਾਜਾਂ ਤੋਂ ਚਾਹੁੰਦਾ, ਅਸੀਂ ਕਿਸਾਨਾਂ ਨੂੰ ਐਕਸਪੋਜ਼ਰ ਵਿਜ਼ਿਟਸ ਵੀ ਕਰਾਉਣੇ ਆ। ਡਾਕਟਰ ਸਾਹਿਬ ਗੱਲ ਇਹ ਹੈ ਕਿ ਹੁਣ ਕਿਉਂਕਿ ਕੋਵਿਡ-19 ਦਾ ਦੌਰ ਹੈ, ਕਰੋਨਾ ਵਾਇਰਸ ਦਾ ਆਪਾਂ ਸਮਾਜਿਕ ਦੂਰੀ ਦਾ ਵੀ ਤਾਣਾ ਬਾਣਾ ਉਹਨੂੰ ਨਾਲ ਲੈ ਕੇ ਤੁਰਨਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਸਮਝਦੇ ਹੋ ਕਿਸਾਨ ਤੱਕ ਜਾਣਕਾਰੀਆਂ ਪਹੁੰਚਾਉਣ ਦਾ ਜਿਹੜਾ ਮਾਧਿਅਮ ਹੈ ਕੈਂਪਾਂ ਦਾ, ਉਹਨੂੰ ਛੱਡ ਕੇ ਕਿੱਦਾਂ ਦੇ ਅਪਣਾਏ ਜਾ ਰਹੇ ਨੇ ਉਪਰਾਲੇ? ਇਸ ਵੇਲੇ ਅਸੀਂ ਇਹ ਮੁੱਖ ਤੌਰ ਤੇ ਇਹਦੇ ਨਾਲ ਦੀ ਨਾਲ ਦੇਖੋ ਨੁੱਕੜ ਮੀਟਿੰਗਾਂ ਕਿਸਾਨ ਗਰੁੱਪ ਅਸੀਂ WhatsApp ਤੇ ਹਰ ਏਡੀਓ ਨੂੰ, ਹਰ ਖੇਤੀਬਾੜੀ ਵਿਕਾਸ ਅਫਸਰ ਨੂੰ, ਉਹਨਾਂ ਦੀ ਟੀਮ ਜਿਹੜੀ ਨਾਲ ਉਹਨਾਂ ਦੇ ਖੇਤੀਬਾੜੀ ਸਬ ਇੰਸਪੈਕਟਰ ਹੈ, ਇਹ ਨਾਲ AEO ਹਨ, ਉਹਨਾਂ ਨੂੰ ਇਹ ਆਦੇਸ਼ ਦਿੱਤੇ ਹੋਏ ਹਨ ਵੀ ਤੁਸੀਂ ਆਪਣੇ WhatsApp ਗਰੁੱਪ ਤਿਆਰ ਕਰੋ। ਜਿਹੜੇ ਉਸ ਇਲਾਕੇ ਦੇ ਗਾਂਹ ਵਧੂ ਕਿਸਾਨ ਹਨ ਉਹਨਾਂ ਨੂੰ ਆਪਣੇ WhatsApp ਗਰੁੱਪ ਦਾ ਮੈਂਬਰ ਬਣਾਓ, ਔਰ ਮੈਂਬਰ ਬਣਾ ਕੇ ਹਰ ਉਹ ਸੁਨੇਹਾ ਜਿਹੜਾ ਉਸ WhatsApp ਗਰੁੱਪ ਰਾਹੀਂ ਜਿਹੜੇ ਅਸੀਂ WhatsApp ਰਾਹੀਂ ਉਸ ਗਰੁੱਪ ਰਾਹੀਂ ਦੇ ਸਕਦੇ ਹਾਂ, ਉਹ ਕਿਸਾਨਾਂ ਤੱਕ ਪਹੁੰਚਾਈਏ। ਇਹ ਤੋਂ ਇਲਾਵਾ SMS ਰਾਹੀਂ ਵੀ ਅਸੀਂ ਸੁਨੇਹੇ ਪਹੁੰਚਾ ਸਕਦੇ ਹਾਂ। ਇਹ ਤੋਂ ਇਲਾਵਾ ਅਸੀਂ ਪ੍ਰਿੰਟਡ ਜਿਹੜੀ ਸਟੇਸ਼ਨਰੀ ਆਪਣੀ ਜਿੰਨੇ ਵੀ ਮਟੀਰੀਅਲ ਹੈ, ਪ੍ਰਿੰਟਡ ਮਟੀਰੀਅਲ ਜਾਂ ਜੋ ਵੀ ਜਿਸ ਢੰਗ ਨਾਲ ਵੀ ਅਸੀਂ ਜਾਣਕਾਰੀ ਜਿਹੜੀ ਹੈ ਕਿਸਾਨਾਂ ਤੱਕ, ਪਿੰਡਾਂ ਤੱਕ ਉਹ ਪੁੱਜਦੀ ਕਰੀਏ। ਸੋ ਗੱਲ ਇਹ ਹੈ ਕਿ ਤਕਨੀਕੀ ਜ਼ਰੂਰਤਾਂ ਨਾਲ ਦੇ ਨਾਲ ਸਹੂਲਤਾਂ ਦਾ ਇਹ ਵੱਖਰੇ ਜਿਹੜੇ ਤਕਨੀਕੀ ਸਾਧਨ ਨੇ, ਚਾਹੇ WhatsApp ਗਰੁੱਪ ਹੈ ਜਾਂ ਹੋਰ ਕਈ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈਗੇ ਨੇ, ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ, ਕਰਨਾ ਵੀ ਚਾਹੀਦਾ। ਤਰਲੋਚਨ ਸਿੰਘ ਜੀ, ਤੁਸੀਂ ਇਸ ਇਲਾਕੇ ਦੇ ਵਿੱਚ ਖੇਤੀ ਬੜੇ ਲੰਮੇ ਸਮੇਂ ਤੋਂ ਕਰਨ ਡਏ ਹੋ ਤੇ ਝੋਨੇ ਦੀ ਮਸ਼ੀਨ ਨਾਲ ਲਵਾਈ ਦਾ ਤੁਹਾਡਾ ਆਪਣਾ ਇੱਕ ਵੱਖਰਾ ਤਜਰਬਾ ਹੈ, ਵੱਖਰਾ ਨਾਂ ਹੈ। ਕਿੰਨੀ ਕੁ ਕਾਸ਼ ਤੁਸੀਂ ਕੀਤੀ ਔਰ ਕਿੰਨੀਆਂ ਮਸ਼ੀਨਾਂ ਤੁਹਾਡੇ ਕੋਲ ਹੈਗੀਆਂ? ਕੋਲ ਸਾਰਾ ਤਾਣਾ ਬਾਣਾ ਆਪਣਾ ਸਮਝਾਓ ਇਸ ਸਕੂਲ ਦੇ ਜ਼ਰੀਏ ਜੋ ਤੁਸੀਂ ਦੱਸਣ ਜਾ ਰਹੇ ਹੋ। ਮੈਂ ਜੀ ਅੱਜ ਤੋਂ 3 ਕੁ ਸਾਲ ਪਹਿਲਾਂ 4 ਸਾਲ ਯੂਨੀਵਰਸਿਟੀ ਮੇਲੇ 'ਤੇ ਗਿਆ ਸੀਗਾ। ਉੱਥੇ ਜੋ ਮਸ਼ੀਨਰੀ ਯੁੱਗ ਦਾ ਦੇਖਿਆ ਨਵਾਂ, ਕਿਉਂ ਜਾਂਦੇ ਹਰ ਵਾਰੀ ਸੀਗੇ, ਅਤੇ ਉੱਥੇ ਵਿਚਾਰ ਹੋਈ ਡਾਕਟਰ ਸਾਹਿਬਾਨ, ਉਹਨਾਂ ਨੇ ਗਾਂ ਮੈਨੂੰ ਇਸ KV ਨੂਰਮਹਿਲ ਵਾਲਿਆਂ ਨਾਲ ਜੋੜਿਆ। ਉਸ ਤੋਂ ਬਾਅਦ ਮੈਂ ਜਲੰਧਰ ਇੱਥੇ ਅਫਸਰ ਸਾਹਿਬਾਨ ਨਾਲ ਜੁੜਿਆ। ਇਹਨਾਂ ਦੇ ਸਹਿਯੋਗ ਦੇ ਨਾਲ ਮਸ਼ੀਨ ਦਾ ਮਨ ਦੇ ਵਿੱਚ ਵਿਚਾਰ ਆਇਆ, ਪਰ ਉਹਦੇ ਲਈ ਪਨੀਰੀ ਦੀ ਸਮੱਸਿਆ ਬਹੁਤ ਸੀ। ਪਨੀਰੀ ਦੀ ਸਮੱਸਿਆ ਲਈ ਫਿਰ ਉਹਨਾਂ ਨੇ ਮੈਨੂੰ ਬਕਾਇਦਾ ਆਣ ਕੇ ਮੇਰੇ ਖੇਤ ਦੇ ਵਿੱਚ ਸਿਖਲਾਈ ਦਿੱਤੀ, ਮੈਨੂੰ ਸੁਝਾਅ ਦਿੱਤੇ, ਦੱਸਿਆ। ਮੈਂ ਉਹਦੇ ਨਾਲ ਸ਼ੁਰੂ ਹੋਇਆ। ਫਿਰ ਮਹਿਕਮੇ ਨੇ ਮੈਨੂੰ ਆਪਣੀ ਮਸ਼ੀਨ ਇਹਨਾਂ ਦੀ ਸੀਗੀ ਉਹ ਦਿੱਤੀ, ਜਿਹਦੇ ਨਾਲ ਮੈਂ ਮਾੜਾ ਜਿਹਾ ਟ੍ਰੇਨਡ ਹੋਇਆ। ਹੁਣ ਤੁਸੀਂ ਪੂਰੇ ਟ੍ਰੇਨਡ ਹੋ ਔਰ ਤੁਸੀਂ ਸਕੂਲ ਦੇ ਜ਼ਰੀਏ ਦੂਜੇ ਕਿਸਾਨਾਂ ਨੂੰ ਸਮਝਾਉਣ ਜੋਗੇ ਹੋ ਗਏ ਹੋ। ਅੱਛਾ, ਹੁਣ ਜਿਹੜੀ ਗੱਲ ਮੇਨ ਇਹ ਹੈ ਕਿ ਇਸ ਸਾਲ ਤੁਸੀਂ ਕਿੰਨਾ ਝੋਨਾ ਸਿੱਧੀ ਬਿਜਾਈ ਨਾਲ ਲਾਇਆ ਹੈ, ਅਤੇ ਇੱਕ ਗੱਲ ਹੋਰ ਬੜੀ ਵਜ਼ਾਹਤ ਕਰੋ ਕਿ ਇਹ ਜਿਹੜੀ ਮਸ਼ੀਨ ਤੁਸੀਂ ਪ੍ਰਾਪਤ ਕੀਤੀ ਹੈ ਇਹ ਤੁਸੀਂ ਬਾਕੀ ਕਿਸਾਨਾਂ ਨੂੰ ਵੀ ਦਿੰਦੇ ਹੋਵੋਗੇ, ਕਿੰਨਾ ਕੁ ਤੁਸੀਂ ਫਾਇਦਾ ਬਾਕੀ ਕਿਸਾਨਾਂ ਦਾ ਵੀ ਕੀਤਾ, ਇਹਦੇ ਬਾਰੇ ਜਾਣਕਾਰੀ ਦਿਓ। ਕੋਈ ਮਸ਼ੀਨ ਲੈਣ ਤੋਂ ਬਾਅਦ, ਕਿਉਂਕਿ
ਮੇਨ ਸਮੱਸਿਆ ਪਨੀਰੀ ਦੀ ਸੀ। ਮਸ਼ੀਨ ਤਾਂ ਹਰ ਇੱਕ ਕੋਈ ਲੈ ਸਕਦਾ, ਪਰ ਉਹਦੀ ਜਿਹੜੀ ਪਨੀਰੀ ਪੈਦਾ ਕਰਨੀ ਉਹ ਬੜੀ ਮੁਸ਼ਕਿਲ ਹੈ। ਉਹਨੂੰ ਸਾਂਭਣਾ ਬੜਾ ਔਖਾ ਹੈ, ਉਹਨੂੰ ਪਾਣੀ ਦੀ ਬੜੀ ਸਮੱਸਿਆ ਹੈ। ਪਰ ਉਹਦੇ ਲਈ ਕਈ ਜ਼ਿਮੀਂਦਾਰ, ਕਿਉਂਕਿ ਲੇਬਰ ਦੀ ਘਾਟ ਕਰਕੇ, ਕਈਆਂ ਨੇ ਮੇਰੇ ਨਾਲ ਆਣ ਕੇ ਰਾਬਤਾ ਕਾਇਮ ਕੀਤਾ ਵੀ ਤੇਰੇ ਕੋਲ ਮਸ਼ੀਨ ਆ, ਤੂੰ ਸਾਡੇ ਝੋਨਾ ਲਾ। ਮੇਰੇ ਨਾਲ ਕਾਫੀ ਜੁੜੇ, ਉਹਨਾਂ ਨੇ ਮੈਨੂੰ ਮਸ਼ੀਨ ਦੀ ਕਾਸ਼ਤ ਵਾਸਤੇ ਐਡਵਾਂਸ ਪੈਸੇ ਵੀ ਦਿੱਤੇ, ਜਿਨ੍ਹਾਂ ਦੇ ਥਰੂ ਮੈਂ ਉਹ ਮਸ਼ੀਨ ਨੂੰ, ਕਿੰਨਾ ਕੁ ਝੋਨਾ ਲਾਇਆ ਤੁਸੀਂ ਮਸ਼ੀਨ ਨਾਲ? ਮੈਂ ਲਗਭਗ 70 ਕੁ ਖੇਤ ਲਾਏ ਆ। ਤੇ ਨਾਲ ਪਨੀਰੀ ਵੀ ਆਪਣੀ ਦਿੱਤੀ ਹੈ? ਪਨੀਰੀ ਮੈਂ ਅਗਲੇ ਦੇ ਖੇਤ 'ਚ ਬੀਜੀ ਸੀਗੀ ਜਾ ਕੇ। ਤੇ ਕਿੰਨਾ ਖਰਚਾ ਇੱਕ ਕਿੱਲੇ ਦਾ ਲਿਆ ਤੁਸੀਂ? ਮੈਂ ਦੇਖੋ ਜੀ, ਜੋ ਲੇਬਰ ਦਾ ਖਰਚਾ ਜੋ ਵੀ ਸੀਗਾ 6500 ਰੁਪਈਆ ਖੇਤ ਦਾ, ਪਨੀਰੀ ਸਮੇਤ ਵਿਦ ਪਨੀਰੀ ਬੀ ਪਾ ਕੇ। ਪਨੀਰੀ ਦੀ ਸੰਭਾਲ ਤੁਸੀਂ ਕਰਨੀ, ਉਹ ਭਾਵੇਂ ਉਹਦੇ ਖੇਤਾਂ 'ਚ ਲੱਗੀ ਹੈ। ਉਹ ਸਿਰਫ ਉਹਨੇ ਪਾਣੀ ਲਾਉਣਾ ਸੀਗਾ, ਪਾਣੀ ਹੀ ਉਹਦੀ ਜ਼ਿੰਮੇਵਾਰੀ ਸੀ, ਬਾਕੀ ਜਿਹੜਾ ਕੰਮ ਸੀਗਾ ਉਹ ਸਾਰਾ ਮੈਂ ਕਰਨਾ ਸੀ। ਅੱਛਾ ਤਰਲੋਚਨ ਸਿੰਘ ਜੀ, ਤੁਸੀਂ ਬੜਾ ਤਜਰਬਾ ਰੱਖਦੇ ਹੋ। ਜੇ ਅਸੀਂ ਝੋਨੇ ਦੀ ਮਸ਼ੀਨ ਨਾਲ ਲਵਾਈ ਨੂੰ ਪੂਰੇ ਸੂਬੇ 'ਚ ਕਾਮਯਾਬ ਕਰਨਾ, ਡਾਕਟਰ ਸਾਹਿਬ ਇੱਥੇ ਆਏ ਨੇ, ਚੀਫ ਸਾਹਿਬ ਵੀ ਖੜੇ ਹੈ, ਇਹ ਕੀ ਇਹਦੇ ਤਕਨੀਕੀ ਕਿਹੜੀ ਚੀਜ਼ ਕੀਤੀ ਜਾਵੇ, ਸਰਕਾਰ ਵੱਲੋਂ ਕੀ ਕੀਤਾ ਜਾਵੇ ਤਾਂ ਕਿ ਇਹ ਸੋਚ ਜਿਹੜੀ ਹੈ ਮਕਬੂਲ ਹੋ ਜਾਵੇ? ਜਿਹੜੀ ਝੋਨੇ ਦੀ ਲਵਾਈ ਦਾ ਕੰਮ ਹੈ ਬੜਾ ਲੰਬਾ ਕੰਮ ਹੈ, ਬੜੀ ਲੇਬਰ ਲੱਗਦੀ ਹੈ, ਲੇਬਰ ਦੀ ਘਾਟ ਵੀ ਬੜੀ ਹੁੰਦੀ ਹੈ, ਮਸ਼ੀਨ ਨਾਲ ਲਵਾਈ ਵਧੀਆ ਕਾਮਯਾਬ ਹੈ, ਤੇ ਕੀ ਕਰਨਾ ਚਾਹੀਦਾ, ਸਰਕਾਰ ਨੂੰ ਹੀ ਕਰਨਾ ਚਾਹੀਦਾ? ਕੋਈ ਪਹਿਲੀ ਗੱਲ ਤਾਂ ਮੈਂ ਮਸ਼ੀਨ ਮੇਰੇ ਕੋਲ ਹੋਣ ਦੇ ਬਾਵਜੂਦ ਵੀ ਮੈਂ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ, ਕਿਉਂਕਿ ਮੇਰੇ ਕੋਲ ਆਪ ਕੋ ਮਸ਼ੀਨ ਸੀਗੀ, ਮੈਂ ਸਿੱਧੀ ਬਿਜਾਈ ਵੀ ਬੀਜੀ ਹੈ, ਜਿਹਦੇ ਨਾਲ ਸਾਡੇ ਪਾਣੀ ਦੇ ਖਰਚੇ, ਝੋਨੇ ਨੂੰ ਜਿੱਦਾਂ ਆਪਾਂ ਆਮ ਪਾਣੀ ਲਾਉਂਦੇ ਆ, ਜੇ ਅਸੀਂ ਸਿੱਧੀ ਬਿਜਾਈ ਕਰਦੇ ਹਾਂ, ਮੈਂ ਕਹਿੰਦਾ ਚੌਥੇ ਦਿਨ ਪਾਣੀ ਦੇ ਦਈਏ, ਪੰਜਵੇਂ ਦਿਨ ਪਾਣੀ ਦੇ ਦਈਏ, ਝੋਨੇ ਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ ਝਾੜ 'ਚ ਉੱਦਾਂ ਹੀ ਫਰਕ ਪਊਗਾ, ਉਹਦਾ ਝਾੜ ਵਧੀਆ ਹੋਊਗਾ। ਜੇ ਅਸੀਂ ਪਾਣੀ ਜ਼ਿਆਦਾ ਲਾਵਾਂਗੇ, ਮੈਂ ਕਹਿੰਦਾ ਉਹ ਜਿਹੜਾ ਖੁਸ਼ਕ ਹਾਲਾਤ ਦੇ ਵਿੱਚ ਝਾੜ ਵਧੀਆ ਕਰ, ਝਾੜ 'ਚ ਕੋਈ ਫਰਕ ਨਹੀਂ ਪੈਂਦਾ ਸਿੱਧੀ ਬਿਜਾਈ ਦਾ। ਤੇ ਸਿੱਧੀ ਬਿਜਾਈ ਦੀ ਗੱਲ ਕਰੀਏ ਤੇ ਸਿੱਧੀ ਬਿਜਾਈ ਦੇ ਵਿੱਚ ਤੇ ਮਸ਼ੀਨ ਦੀ ਬਿਜਾਈ ਤੁਸੀਂ ਕੀਤੀ ਹੈ, ਤੇ ਇਹ ਮੈਂ ਚਾਹੁੰਦਾ ਕਿ ਆਪਾਂ ਇਹਨੂੰ ਹੋਰ ਜੇ ਮਕਬੂਲ ਕਰਨਾ ਹੋਵੇ ਸੂਬੇ 'ਚ, ਤੇ ਤੁਹਾਡਾ ਤਜਰਬਾ ਕੀ ਹੈ, ਇਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਕਿਹੜੀਆਂ ਦੇਖੋ ਹੁਣ ਕਈਆਂ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ, ਉਹ ਕਹਿੰਦੇ ਜੀ ਨਦੀਨ ਬੜੇ ਆ ਜਾਂਦੇ ਨੇ, ਉਹ ਕਈ ਨੇ ਵਾਹ ਵੀ ਦਿੱਤੀ। ਸੋ ਤੁਹਾਡਾ ਤਜਰਬਾ ਇਹਦੇ ਬਾਰੇ ਕੀ ਕਹਿੰਦਾ? ਇਹ ਜਿਹੜੀ ਸਿੱਧੀ ਬਿਜਾਈ ਆ ਜੀ, ਬੜੇ ਹਿਸਾਬ ਨਾਲ ਬੀਜਣ ਵਾਲੀ ਆ। ਇਹ ਨਹੀਂ ਵੀ ਡਰਾਈਵਰ ਨੂੰ ਦੇ ਦਿੱਤਾ ਵੀ ਬੀਜਿਆ, ਨਾ ਤੇ ਬਾਹਲਾ ਡੂੰਘਾ ਇਹਨੇ ਨਿਕਲਣਾ, ਤੇ ਨਾ ਬਾਹਲਾ ਓਪਰਾ ਹੀ ਸੂਤ ਆਉਣਾ। ਇਹਦੀ ਜਿਹੜੀ ਲਿਮਟ ਆ, ਸਾਡੀਆਂ ਜਿਹੜੀਆਂ ਡਰਿੱਲਾਂ ਆ, ਇਹਨਾਂ ਦਾ ਬੈਲੈਂਸ ਅਗਲਾ ਤੇ ਪਿਛਲਾ ਤੇ ਸਾਈਡਾਂ ਐਨ ਸਮਤਲ ਹੋਣਾ ਚਾਹੀਦਾ, ਜਿਹੜਾ ਬਰੋਬਰ ਬੀਜਿਆ ਜਾਵੇ, ਦਾਣਾ ਗਿੱਲ 'ਚ ਜਾਵੇ, ਨਾ ਬਾਹਲਾ ਡੂੰਘਾ ਤੇ ਨਾ ਬਾਹਲਾ ਓਪਰਾ, ਵਧੀਆ ਨਿਕਲੂਗਾ। ਦੂਜੀ ਗੱਲ, ਜਿਹੜੇ ਸਾਨੂੰ ਖੇਤੀਬਾੜੀ ਮਾਹਰ ਦੱਸਦੇ ਆ, ਉਹਦੇ ਨਾਲ ਜਿਹੜੀਆਂ ਸਾਡੀਆਂ ਸਪਰੇਹਾਂ ਟਾਈਮ ਟੂ ਟਾਈਮ ਅਸੀਂ ਕੀਤੀਆਂ ਜਾਣ, ਤਾਂ ਜੋ ਨਦੀਨਾਂ ਤੇ ਰੋਕਥਾਮ ਪਾਈ ਜਾ ਸਕੇ। ਸੋ ਗੱਲ ਹੈ ਕਿ ਤਕਨੀਕਾਂ, ਡਾਕਟਰ ਸਾਹਿਬ, ਜੇ ਤਕਨੀਕ ਨਾਲ ਆਪਾਂ ਜੁੜਾਂਗੇ ਔਰ ਜੇ ਅਸੀਂ ਰਾਬਤਾ ਰੱਖਾਂਗੇ ਤੇ ਫਿਰ ਘਾਟੇ ਵਾਲਾ ਸੌਦਾ ਨਹੀਂ ਹੈ। ਡਾਕਟਰ ਸੁਰਿੰਦਰ ਸਿੰਘ, ਤੁਸੀਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਹੋ, ਇਹ ਦੱਸੋ ਕਿ ਆਪਣੇ ਤੁਹਾਡੇ ਇਸ ਇਲਾਕੇ ਦੇ ਵਿੱਚ ਸਿੱਧੀ ਬਿਜਾਈ, ਮਸ਼ੀਨ ਵਾਲੀ ਬਿਜਾਈ ਦੀ ਗੱਲ ਕਰੀਏ ਤੇ ਇਹ ਕਿੰਨਾ ਕੁ ਰਕਬਾ ਹੈ, ਔਰ ਜੇ ਆਪਾਂ ਅਜਿਹੇ ਕਿਸਾਨਾਂ ਦੀ ਗੱਲ ਕਰੀਏ ਤੇ ਕਿੰਨੇ ਕੁ ਅਜਿਹੇ ਕਿਸਾਨ ਦੂਜੇ ਕਿਸਾਨਾਂ ਨੂੰ ਦੱਸਣ ਜੋਗੇ ਬਣ ਗਏ? ਦੇਖੋ, ਜੇ ਆਪਾਂ ਪਿਛਲੇ ਸਾਲ ਦਾ ਕੰਪੈਰੀਜ਼ਨ ਕਰ ਲਈਏ ਤਾਂ ਪਿਛਲੇ ਸਾਲ ਤਕਰੀਬਨ ਸਾਡੇ ਕੋਲ 1500 ਹੈਕਟੇਅਰ ਸੀ ਜਿਹੜਾ ਸਿੱਧੀ ਬਿਜਾਈ ਸੀ, ਲੇਕਿਨ ਇਸ ਸਾਲ 16000 ਤੋਂ ਉੱਪਰ ਜਿਹੜਾ ਰਕਬਾ ਜਿਹੜਾ ਸਿੱਧੀ ਬਿਜਾਈ 'ਚ ਹੇਠ ਬੀਜਿਆ ਗਿਆ। ਸੋ ਬਹੁਤ ਸਾਰੇ ਕਿਸਾਨਾਂ ਨੇ ਇਹਨੂੰ ਬੜਾ ਭਰਵਾਂ ਹੰਗਾਰਾ ਦਿੱਤਾ, ਲੇਕਿਨ ਕੁਝ ਕਿਸਾਨ ਸੀ ਜਿਨ੍ਹਾਂ ਨੇ ਕੋਈ ਇਸ ਤਕਨੀਕ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ। ਉੱਥੇ ਜ਼ਰੂਰ ਸਮੱਸਿਆ ਨਦੀਨਾਂ ਦੀ ਆਈ ਹੈ, ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਸੀ ਵੀ ਇਸ ਤਕਨੀਕ ਦੇ ਮੁਤਾਬਕ ਇਹ ਸਪਰੇਅ ਜਿਹੜੀ ਹੈ ਟਾਈਮ ਸਿਰ ਕਰਨੀ ਸੀ, ਉਹਨਾਂ ਨੇ ਸਪਰੇਅ ਜਿਹੜੀ ਟਾਈਮ ਸਿਰ ਨਹੀਂ ਕੀਤੀ, ਲੇਟ ਕੀਤੀ ਹੈ, ਇਸ ਕਰਕੇ ਉੱਥੇ ਨਦੀਨਾਂ ਦੀ ਸਮੱਸਿਆ ਆਈ ਹੈ। ਜਿਸ ਤੱਕ ਮਸ਼ੀਨੀ ਬਿਜਾਈ ਦੀ ਆਪਾਂ ਗੱਲ ਕਰੀਏ, ਮਸ਼ੀਨੀ ਬਿਜਾਈ ਦਾ ਵੀ ਸਾਡੇ ਕੋਲ ਰਕਬਾ ਇਸ ਵੇਲੇ ਤਕਰੀਬਨ 9000 ਹੈਕਟੇਅਰ ਤੋਂ ਜ਼ਿਆਦਾ ਉਹ ਬੀਜਿਆ ਗਿਆ। ਮੈਂ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਮਸ਼ੀਨੀ ਇਹ ਯੁੱਗ ਜਿਹੜਾ ਹੋਰ ਸਾਡਾ ਜਿਹੜਾ ਇਸ ਜ਼ਿਲ੍ਹੇ ਦੇ ਵਿੱਚ ਰਕਬਾ, ਭਾਵੇਂ ਮਸ਼ੀਨੀ ਹੈ ਭਾਵੇਂ ਸਿੱਧੀ ਬਿਜਾਈ ਹੈ, ਉਹ ਹੋਰ ਵਧੇਗਾ। ਕਾਫੀ ਬਚਤ ਏਰੀ ਸਾਹਿਬ ਵਿੱਚ ਹੈਗੀ। ਜੇ ਅਸੀਂ ਸਿੱਧੀ ਬਿਜਾਈ ਦੀ ਗੱਲ ਕਰੀਏ ਤੇ ਸ਼ੁਰੂਆਤ ਵੇਲੇ ਰੁਪਈਆ 6-4.5 ਬਚ ਜਾਂਦਾ, ਪਰ ਜੇ ਅਸੀਂ ਇਹ ਵੀ ਗੱਲ ਧਿਆਨ 'ਚ ਰੱਖੀਏ ਏਰੀ ਸਾਹਿਬ ਕਿ ਸਾਡੇ ਕਈ ਕਿਸਾਨਾਂ ਨੇ ਸਿੱਧੀ ਬਿਜਾਈ ਬੀਜਣ ਤੋਂ ਬਾਅਦ ਵਾਹਿਆ ਵੀ ਹੈਗੇ ਖੇਤ, ਔਰ ਵਾਹਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਦੇਖੋ ਮੁੱਖ ਧਾਰਾ 'ਚ ਲਿਆਉਣ ਦੀ ਲੋੜ ਹੈਗੀ ਏ, ਉਹਦੇ ਬਾਰੇ ਦੂਜੇ ਕਿਸਾਨਾਂ ਨੂੰ ਦੱਸਣ ਦੀ ਜ਼ਰੂਰਤ ਹੈਗੀ। ਇਹਦੇ ਬਾਰੇ ਜ਼ਰੂਰ ਸਾਨੂੰ ਧਿਆਨ ਦੇਣਾ ਚਾਹੀਦਾ। ਇਹਦੇ ਬਾਰੇ ਅਸੀਂ ਸਾਰਾ ਜਾਣਕਾਰੀ ਪ੍ਰਾਪਤ ਕੀਤੀ ਹੈ।
ਜਿਹੜੀ ਤਕਨੀਕ ਹੈ, ਜਿੱਦਾਂ ਮੈਂ ਪਹਿਲੇ ਕਿਹਾ, ਹਰ ਕੰਮ ਤਕਨੀਕ ਨਾਲ ਕਰਨ ਦਾ ਸਮਾਂ ਹੈ, ਹਰ ਕੰਮ ਸੋਚ ਸਮਝ ਕੇ ਕਰਨ ਦਾ ਸਮਾਂ ਹੈ, ਗਿਆਨ ਨਾਲ ਕਰਨ ਦਾ ਸਮਾਂ ਹੈ। ਖੇਤੀਬਾੜੀ ਵਿਭਾਗ ਵੱਲੋਂ ਇਹ ਲਗਾਤਾਰ ਸੁਨੇਹਾ ਦਿੱਤਾ ਜਾਂਦਾ ਰਿਹਾ ਹੈ ਵੀ ਇਹ ਜਿਹੜੀ ਤਕਨੀਕ ਹੈ ਸਿੱਧੀ ਬਿਜਾਈ ਵਾਲੀ, ਦਰਮਿਆਨੀਆਂ ਜ਼ਮੀਨਾਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਅਸੀਂ ਇਹਨੂੰ ਅਪਣਾਉਣਾ ਹੈ। ਔਰ ਸਪਰੇਅ ਜਿਹੜੀਆਂ ਦਵਾਈਆਂ ਹਨ ਔਰ ਜਿਸ ਸਮੇਂ 'ਤੇ ਉਹਨਾਂ ਦੀ ਸਪਰੇਅ ਕਰਨੀ ਹੈ ਉਹਦੇ ਲਈ ਜਾਗਰੂਕ ਹੋ ਕੇ ਉਹ ਸਪਰੇਆਂ ਕਰਨੀਆਂ ਹਨ। ਕੋਈ ਕਾਰਨ ਨਹੀਂ ਜਿਨ੍ਹਾਂ ਕਿਸਾਨਾਂ ਨੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ ਇਸ ਤਕਨੀਕ ਨੂੰ ਅਪਣਾਇਆ ਔਰ ਬਕਾਇਦਾ ਸਪਰੇਆਂ ਕੀਤੀਆਂ ਨੇ, ਉਹਨਾਂ ਦਾ ਕਿਸੇ ਕਿਸਮ ਦਾ ਵੀ ਕੋਈ ਫੇਲਿਅਰ ਹੋਏ ਜਾਂ ਉਹਨਾਂ ਨੇ ਕਿਸੇ ਕਿਸਮ ਨੇ ਵੀ ਕਿਸੇ ਨੇ ਵੀ ਕੋਈ ਵਾਹੀ ਹੋਏ। ਇਹ ਉਹੀ ਕਿਸਾਨ ਹਨ ਜਿਨ੍ਹਾਂ ਨੇ ਬਹੁਤ ਹਲਕੀਆਂ ਜ਼ਮੀਨਾਂ 'ਚ ਇਸ ਤਕਨੀਕ ਨੂੰ ਅਪਣਾਇਆ ਔਰ ਜਾਂ ਉਹਨਾਂ ਨੇ ਸਮੇਂ 'ਤੇ ਕੋਈ ਸਪਰੇਆਂ ਹੀ ਨਹੀਂ ਕੀਤੀਆਂ, ਬੌਧਰ ਹੀ ਨਹੀਂ ਕੀਤਾ। ਉਹ ਕਿਤੇ ਇੱਕਾ ਦੁੱਕਾ ਕੋ ਬਹੁਤੇ ਕਿਸਾਨ ਨਹੀਂ ਹਨ। ਅਦਰਵਾਈਜ਼ ਆਮ ਜਿਹੜੇ ਜਿੰਨੇ ਵੀ ਕਿਸਾਨਾਂ ਨੇ ਇਸ ਤਕਨੀਕ ਰਾਹੀਂ ਸਿੱਧੀ ਬਿਜਾਈ ਕੀਤੀ ਹੈ, ਸਾਰੇ ਕਿਸਾਨ ਸੈਟੀਸਫਾਈ ਹਨ ਔਰ ਚੰਗੀ ਫਸਲ ਹੈ ਉਹਨਾਂ ਦੀ। ਔਰ ਕਿਸਾਨਾਂ ਦਾ ਇਹ ਅੱਜ ਹੀ ਕਹਿਣਾ ਹੈ ਵੀ ਸਾਡਾ ਇਹਦੇ ਨਾਲ ਖਰਚਾ ਬਹੁਤ ਜਿਹੜਾ ਬਚਦਾ ਹੈ ਔਰ ਅੱਜ ਹੀ ਝੋਨਾ ਦੂਸਰੇ ਝੋਨੇ ਨਾਲੋਂ ਝੋਨਾ ਵੀ ਚੰਗਾ ਹੈ। ਸੋ ਗੱਲ ਹੈ ਕਿ ਇਹ ਤਕਨੀਕ ਵਧਾਉਣ ਵਾਸਤੇ ਅਜਿਹੇ ਕਿਸਾਨ ਖੇਤ ਸਕੂਲ ਸਹਾਈ ਸਾਬਤ ਹੋ ਸਕਦੇ ਨੇ। ਹੁਣ ਨਵਦੀਪ ਸਿੰਘ ਜੀ, ਤੁਸੀਂ ਸਹਾਇਕ ਖੇਤੀਬਾੜੀ ਇੰਜੀਨੀਅਰ ਹੋ ਤੇ ਬਤੌਰ ਇੰਜੀਨੀਅਰ ਤੁਹਾਡੀ ਡਿਊਟੀ ਬੜੀ ਸਖਤ ਹੈ ਕਿ ਆਪਾਂ ਨਵੀਆਂ ਮਸ਼ੀਨਾਂ ਨੂੰ ਕਿਸਾਨਾਂ ਤੱਕ ਲੈ ਕੇ ਜਾਣਾ। ਜੇ ਅਸੀਂ ਗੱਲ ਕਰੀਏ ਸਿੱਧੀ ਬਿਜਾਈ ਦੀ, ਉਸ ਪੱਖੋਂ ਵੀ ਕਿਸਾਨਾਂ ਨੇ ਹੈਪੀ ਸੀਡਰ ਮਸ਼ੀਨਾਂ ਨੂੰ ਵੀ ਚੇਂਜ ਕਰਕੇ ਕੰਮ ਆਪਣੇ ਕੀਤੇ ਨੇ। ਤੁਸੀਂ ਇਸ ਸਕੂਲ ਦੇ ਜ਼ਰੀਏ ਸਾਡੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਇਸ ਸਾਲ ਅਸੀਂ 125 ਦੇ ਕਰੀਬ ਜਿਹੜੀਆਂ DSR ਮਸ਼ੀਨਾਂ ਜਿਹੜੀਆਂ ਜ਼ਿਮੀਂਦਾਰਾਂ ਨੂੰ ਮੁਹੱਈਆ ਕਰਵਾਈਆਂ। ਉਸ ਤੋਂ ਇਲਾਵਾ ਜਿਹੜੀਆਂ ਕਿਸਾਨਾਂ ਨੇ ਆਪਣੇ ਪੱਧਰ 'ਤੇ ਸਾਡੇ ਕੋਲ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਣਕਾਰੀ ਲੈ ਕੇ ਆਪਣੀਆਂ ਜ਼ੀਰੋ ਡਰਿੱਲਾਂ ਹੈਪੀ ਸੀਡਰਾਂ ਨੂੰ ਮੋਡੀਫਾਈ ਕਰਕੇ ਉਹਨਾਂ ਨੂੰ ਬਤੌਰ DSR ਜਿਹੜੀਆਂ ਡਰਿੱਲਾਂ ਵਰਤਿਆ। ਲਗਭਗ 16,800 ਹੈਕਟੇਅਰ ਦੀ ਜਿਹੜੀ ਆਪਣੇ ਰਕਬਾ ਜਿਹੜਾ ਵਾ ਸਿੱਧੀ ਬਿਜਾਈ ਹੇਠ ਆਪਣਾ ਜਲੰਧਰ 'ਚ ਆਇਆ। ਕਿਸਾਨਾਂ ਦੇ ਮਹਿਕਮੇ ਦੇ ਲਗਾਤਾਰ ਉਪਰਾਲੇ ਕਰਦਿਆਂ ਕਿਸਾਨ ਨੇ ਇਸ ਪਾਸੇ ਤੁਰੇ, ਲੇਕਿਨ ਮੈਂ ਸਮਝਦਾ ਕਿ ਇਹ ਤਜਰਬਾ ਜਿਹੜਾ ਹੋਇਆ ਹੈ, ਇਹ ਤਜਰਬਾ ਅੱਗੋਂ ਹੋਰ ਵੱਧ ਸਕਦਾ ਹੈ, ਬਸ਼ਰਤੇ ਕਿ ਆਪਾਂ ਅਜਿਹੇ ਸਕੂਲਾਂ ਨੂੰ ਸਥਾਪਿਤ ਕਰਕੇ ਤੇ ਇਹਨਾਂ ਸਕੂਲਾਂ ਦੇ ਜ਼ਰੀਏ ਗਿਆਨ ਦੀ ਜਿਹੜੀ ਹੈ ਦੂਜੇ ਕਿਸਾਨਾਂ ਤੱਕ ਪਹੁੰਚਾਈਏ। ਢੇਰੀ ਸਾਹਿਬ ਦੇਖੋ, ਸਮੱਸਿਆਵਾਂ ਖੇਤੀ ਨੂੰ ਬੜੀਆਂ ਹੈ ਔਰ ਕਿਸਾਨ ਜਦੋਂ ਆਉਂਦਾ ਹੈ, ਕਿਸਾਨ ਨੂੰ ਖਾਦਾਂ ਦੀ ਵੀ ਲੋੜ ਹੈ, ਦਵਾਈਆਂ ਦੀ ਵੀ ਲੋੜ ਹੈ, ਬੀਜਾਂ ਦੀ ਵੀ ਜ਼ਰੂਰਤ ਹੈਗੀ ਹੈ। ਔਰ ਜਦੋਂ ਅਸੀਂ ਖੇਤੀ ਦੀ ਗੱਲ ਕਰਨੇ ਆ ਤੇ ਗਿਆਨ ਧਿਆਨ ਤੇ ਸਮਾਨ ਦਾ ਜਿਹੜਾ ਫਾਰਮੂਲਾ ਆਪਾਂ ਜਾਣਦੇ ਹੀ ਆ। ਗਿਆਨ ਤੇ ਸਕੂਲਾਂ ਤੋਂ ਮਿਲ ਗਿਆ, ਧਿਆਨ ਨਾਲ ਕੰਮ ਵੀ ਕਰ ਲਿਆ, ਜੇ ਸਮਾਨ ਮਾੜਾ ਲੱਭ ਗਿਆ ਤੇ ਫਿਰ ਕੀਤੀ ਕਰਾਈ ਸਾਰੀ ਖੂਜ ਪੈ ਜਾਂਦੀ ਹੈ। ਤੇ ਤੁਸੀਂ ਕੀ ਜ਼ੋਰ ਦੇ ਰਹੇ ਹੋ ਔਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਤਾਂ ਕਿ ਇੱਥੇ ਕਿਸਾਨ ਧੋਖਾ ਨਾ ਖਾਵੇ, ਵੱਧ ਖਾਦਾਂ ਨਾ ਪਾਵੇ, ਮਾੜੀਆਂ ਖਾਦਾਂ ਨਾ ਪਾਵੇ, ਮਾੜੀਆਂ ਦਵਾਈਆਂ ਨਾ ਪਾਵੇ? ਦੇਖੋ, ਕਿਸਾਨ ਵੀਰਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ, ਖੇਤੀਬਾੜੀ ਵਿਭਾਗ ਪੂਰਾ ਸੁਚੇਤ ਹੈ ਵੀ ਤਾਂ ਕਿ ਕਿਸਾਨਾਂ ਤੱਕ ਹਰ ਚੀਜ਼ ਜਿਹੜੀ ਹੈ ਉਹ ਠੀਕ ਕੁਆਲਿਟੀ ਦੀ ਪਹੁੰਚੇ। ਉਹਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਸਾਡੇ ਖੇਤੀਬਾੜੀ ਵਿਕਾਸ ਅਫਸਰ ਜਿਹੜੇ ਹਨ, ਸਾਡੇ ਬਲਾਕ ਪੱਧਰ 'ਤੇ ਖੇਤੀਬਾੜੀ ਅਫਸਰ ਹਨ, ਇਸ ਤੋਂ ਇਲਾਵਾ ਇਹ ਪੂਰੇ ਜਾਗਰੂਕ ਹਨ ਔਰ ਲਗਾਤਾਰ ਹੀ ਉਹ ਵਿਕਰੀ ਜਿਹੜੇ ਕਰਦੇ ਹਨ ਅਲੱਗ-ਅਲੱਗ ਖੇਤੀ ਵਸਤਾਂ, ਉਹਨਾਂ 'ਤੇ ਲਗਾਤਾਰ ਨਜ਼ਰ ਬਣਾਈ ਰੱਖਦੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ ਟੀਮਾਂ ਬਣਾਈਆਂ ਹੋਈਆਂ ਹਨ, ਜਿਹੜੀਆਂ ਟੀਮਾਂ ਲਗਾਤਾਰ ਚੈਕਿੰਗ ਕਰਦੀਆਂ ਹਨ। ਉਸ ਜ਼ਿਲ੍ਹੇ 'ਚ ਆਪਣੇ ਰਾਜ ਪੱਧਰ 'ਤੇ ਅਸੀਂ ਟੀਮਾਂ ਗਠਿਤ ਕੀਤੀਆਂ ਹੋਈਆਂ ਹਨ, ਜਿਹੜੀਆਂ ਕਿ ਲਗਾਤਾਰ ਵਿੱਚ ਚੈਕਿੰਗ ਕਰਦੇ ਰਹਿੰਦੇ ਹਨ ਔਰ ਚੈਕਿੰਗ ਕਰਕੇ ਸੈਂਪਲ ਵੀ ਪ੍ਰਾਪਤ ਕਰਦੇ ਹਨ। ਜ਼ਿਲ੍ਹਾ ਪੱਧਰ ਦੀਆਂ ਟੀਮਾਂ ਵੀ ਜਾ ਕੇ ਆਪਣੇ ਮੁਤਾਬਕ ਸੈਂਪਲ ਲੈਂਦੀਆਂ ਹਨ। ADO ਔਰ ਸਾਡੇ ਜਿਹੜੇ ਬਲਾਕ ਖੇਤੀਬਾੜੀ ਅਫਸਰ ਹਨ, ਉਹਨਾਂ ਨੂੰ ਲਗਾਤਾਰ ਟੀਚੇ ਉਪਲਬਧ ਹਨ ਵੀ ਜਿਹੜੇ ਉਹਦੇ ਮੁਤਾਬਕ ਉਹਨਾਂ ਨੇ ਟੀਚੇ ਅਨੁਸਾਰ ਸੈਂਪਲਿੰਗ ਕਰਨੀ ਹੈ ਔਰ ਸਾਡੀਆਂ ਜਿਹੜੀਆਂ ਲੈਬੋਰਟਰੀਆਂ ਹਨ ਉਹਨਾਂ ਨੂੰ ਨਾਲ ਦੀ ਨਾਲ ਹੀ ਭੇਜਣਾ ਹੈ ਔਰ ਸਾਡੀ ਲੈਬੋਰਟਰੀਆਂ ਸਮਾਂ ਵੱਧ ਲੀਗਲ ਵੇ ਨਾਲ ਉਹਨਾਂ ਨੂੰ ਪ੍ਰੋਪਰਲੀ ਟੈਸਟ ਕਰਕੇ ਸਾਨੂੰ ਜਿਹੜੇ ਰਿਜ਼ਲਟ ਭੇਜਦੇ। ਜੇ ਕੋਈ ਇਹੋ ਜਿਹੀ ਸਪਲਾਈ ਹੁੰਦੀ ਹੈ ਉਹਨਾਂ 'ਤੇ ਸਖਤ ਐਕਸ਼ਨ ਕੀਤਾ ਜਾਂਦਾ ਹੈ ਐਕਟ ਮੁਤਾਬਕ। ਸੋ ਗੱਲ ਹੈ ਕਿ ਜਿਹੜਾ ਐਕਟ ਮੁਤਾਬਕ ਐਕਸ਼ਨ ਤੇ ਆਪਣੀ ਥਾਂ ਹੈ ਹੀ ਹੈ, ਲੇਕਿਨ ਜ਼ਰੂਰੀ ਹੈ ਕਿ ਆਪਾਂ ਵੀ ਅਵੇਅਰ ਹੋਈਏ, ਆਪਾਂ ਖਾਦਾਂ ਦਵਾਈਆਂ ਦਾ ਇਸਤੇਮਾਲ ਸੰਕੋਚ ਨਾਲ ਕਰੀਏ, ਸਹੀ ਕਰੀਏ। ਇਹਦੇ ਬਾਰੇ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਦੇਣਾ ਚਾਹਾਂਗਾ, ਕਿਸਾਨ ਵੀਰ ਪੱਧਰ 'ਤੇ ਕੀ ਧਿਆਨ ਦੇਣ ਯੋਗ ਗੱਲ ਹੈ, ਜਿਸ ਲਈ ਵੀ ਕੋਈ ਵਸਤੂ ਖਰੀਦਣੀ ਹੈ, ਜਿਸ ਲਈ ਵੀ ਕੋਈ ਇਨਪੁਟ ਖਰੀਦਣੀ ਹੈ, ਬਿਨਾਂ ਬਿੱਲ ਤੋਂ ਬਿਲਕੁਲ ਨਹੀਂ ਖਰੀਦਣੀ ਔਰ ਬਕਾਇਦਾ ਬਿੱਲ ਪ੍ਰਾਪਤ ਕਰਨਾ ਹੈ ਔਰ ਬਿੱਲ ਦੀ ਜਿਹੜੀ ਦੂਸਰੀ ਕਾਪੀ ਹੈ ਉਹਦੇ 'ਤੇ ਆਪਣੇ ਦਸਤਖਤ ਕਰਨੇ ਹਨ ਤਾਂ ਕਿ ਤੁਸੀਂ ਉਹਦੇ 'ਤੇ ਬਕਾਇਦਾ ਇੱਕ ਜਿਸ ਨਿਯਮਾਂ ਅਨੁਸਾਰ ਉਸ ਚੀਜ਼ ਦੀ ਖਰੀਦ ਕਰ ਸਕੋ ਔਰ ਠੀਕ ਢੰਗ ਨਾਲ ਉਸ ਦੀ ਵਰਤੋਂ ਕਰਨੀ ਹੈ। ਕਿਸਾਨ ਦੇਖੋ ਨਹੀਂ ਵਧੀਆ ਸੋਚ ਰੱਖਦਾ ਹੈ
ਕਿ ਆਪਾਂ ਨੂੰ ਬਗੈਰ ਲੋੜ ਤੋਂ ਦਵਾਈਆਂ ਦਾ ਖਾਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਔਰ ਦੇਖੋ ਤੁਸੀਂ ਸੂਬੇ 'ਚ ਘੁੰਮਦੇ ਹੋ, ਕਈ ਵਾਰੀ ਮੈਂ ਦੇਖਿਆ ਕਿਸਾਨ ਬਾਇਓ ਫਰਟੀਲਾਈਜ਼ਰ ਪਾਉਣ ਡਿਆ, ਕਈ ਵਾਰੀ ਕਿਸਾਨ ਦਾਣੇਦਾਰ ਦਵਾਈ ਪਾਉਣ ਡਿਆ, ਡੀਲਰ ਦੇ ਕਹਿਣ ਤੇ ਉੱਤੇ ਕਿਸਾਨ ਖਰਚਾ ਕਰਨ ਡਿਆ, ਕਿਸਾਨ ਦੀ ਨੋਲ ਆਮਦਨੀ ਘਟ ਜਾਂਦੀ ਹੈ। ਕੀ ਸੁਨੇਹਾ ਦੇਣਾ ਚਾਹੋਗੇ ਅੱਜ ਇਸ ਕਿਸਾਨ ਸਕੂਲ 'ਚ ਤੁਸੀਂ ਆਏ ਹੋ, ਚੰਡੀਗੜ੍ਹੋਂ ਚੱਲ ਕੇ ਆਏ ਹੋ, ਬੜੇ ਰੁਝੇਵੇਂ ਆ ਪਰ ਸਮਾਂ ਕੱਢ ਕੇ ਆਏ ਹੋ, ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਕਿਸਾਨ ਵੀਰਾਂ ਮੈਂ ਫਿਰ ਕਿਸਾਨ ਵੀਰਾਂ ਨੂੰ ਇਹੀ ਗੱਲ ਕਹਾਂਗਾ, ਜੋ ਵੀ ਕੰਮ ਕਰਨਾ ਹੈ ਤਕਨੀਕ ਨੂੰ ਮੁੱਖ ਰੱਖ ਕੇ ਕਰਨਾ ਹੈ। ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਨਾਲ, ਆਪਣੇ ਇਲਾਕੇ ਦੇ ਜਿਹੜੇ ਖੇਤੀਬਾੜੀ ਅਧਿਕਾਰੀ ਹਨ, ਖੇਤੀਬਾੜੀ ਸਬ ਇੰਸਪੈਕਟਰ ਹਨ, ਉਹਨਾਂ ਨਾਲ ਰਾਬਤਾ ਕਰਕੇ ਪੂਰੀ ਜਾਣਕਾਰੀ ਲੈ ਕੇ ਉਹਦੇ ਮੁਤਾਬਕ ਹੀ ਉਹ ਚੀਜ਼ ਨੂੰ ਵਰਤਣਾ ਹੈ। ਖਾਦ ਜਿਹੜੀ ਹੈ ਇੱਕ ਅਸੀਂ ਬੜਾ ਇੱਕ ਸੁਨੇਹਾ ਦਿੰਦੇ ਹਾਂ, ਪਹਿਲਾਂ ਮਿੱਟੀ ਪਰਖ ਕਰਾਓ, ਪਰਖ ਮੁਤਾਬਕ ਖਾਦਾਂ ਪਾਓ। ਬੇਲੋੜੀਆਂ ਖਾਦਾਂ ਪਾਉਣ ਨਾਲ ਸਾਡਾ ਇੱਕ ਬਿਮਾਰੀਆਂ ਦਾ ਹਮਲਾ ਵੀ ਵੱਧਦਾ ਹੈ, ਕੀੜਿਆਂ ਦਾ ਹਮਲਾ ਵੱਧਦਾ ਹੈ, ਸਾਡਾ ਖਰਚ ਬਹੁਤ ਜ਼ਿਆਦਾ ਹੁੰਦਾ ਹੈ। ਸਾਡੀ ਖੇਤੀ ਦੇ ਕੁੱਲ ਖਰਚਿਆਂ ਦਾ 50% ਦੇ ਕਰੀਬ ਜੇ ਖਰਚਾ ਹੈ ਤੇ ਖਾਦਾਂ ਤੇ ਹੀ ਹੁੰਦਾ ਹੈ। ਇਸ ਕਰਕੇ ਹਰ ਕੰਮ ਬੜੇ ਧਿਆਨ ਨਾਲ, ਬੜੀ ਤਕਨੀਕ ਨਾਲ, ਬੜੇ ਗਿਆਨ ਨਾਲ ਕਰਨ ਦੀ ਲੋੜ ਹੈ। ਸੋ ਹਰ ਬੇਲੋੜਾ ਕੋਈ ਵੀ ਕੰਮ ਕਰਨਾ ਜਿਹੜਾ ਉਹ ਆਪਣੇ ਖੇਤੀ ਖਰਚੇ ਨੂੰ ਵਧਾਉਣਾ ਹੈ। ਔਰ ਇਸ ਵੇਲੇ ਮੁੱਖ ਮੰਤਵ ਹੈ ਆਪਣੀ ਖੇਤੀ ਨੂੰ ਲਾਭਦਾਇਕ ਖੇਤੀ ਬਣਾਉਣਾ, ਪ੍ਰੋਫਿਟੇਬਲ ਖੇਤੀ ਬਣਾਉਣਾ। ਇਹ ਜਿੱਦਾਂ ਚਿਰ ਅਸੀਂ ਆਪਣੇ ਖੇਤੀ ਦਾ ਹਰ ਕੰਮ ਪੂਰਾ ਸੋਚ ਵਿਚਾਰ ਕੇ, ਪੂਰਾ ਤਕਨੀਕ ਮੁਤਾਬਕ ਨਹੀਂ ਕਰਾਂਗੇ, ਅਸੀਂ ਆਪਣੇ ਖਰਚੇ ਬਹੁਤ ਵਧਾ ਲਾਂਗੇ ਔਰ ਅਸੀਂ ਆਪਣੀ ਖੇਤੀ ਨੂੰ ਲਾਭਦਾਇਕ ਖੇਤੀ ਨਹੀਂ ਬਣਾ ਸਕਦੇ। ਇਸ ਕਰਕੇ ਤਕਨੀਕ ਅਨੁਸਾਰ, ਲੋੜ ਅਨੁਸਾਰ ਹੀ ਹਰ ਵਸਤੂ ਵਰਤਣ ਦੀ ਲੋੜ ਹੈ। ਬਿਲਕੁਲ ਜੀ, ਜ਼ਰੂਰਤ ਹੈ ਕਿ ਆਪਾਂ ਸਮੇਂ ਸਿਰ ਮਹਿਕਮੇ ਦੇ ਨਾਲ ਵੀ ਤਾਲੁਕਾਤ ਰੱਖੀਏ ਔਰ ਅਜਿਹੇ ਅਗਾਂਹ ਵਧੂ ਕਾਸ਼ਤਕਾਰਾਂ ਨਾਲ ਵੀ ਆਪਣਾ ਮੇਲ ਜੋਲ ਰੱਖੀਏ। ਆਪਣੇ ਇਲਾਕੇ ਦੇ ਖੇਤੀ ਮਾਹਿਰਾਂ ਦੇ ਕੋਲੋਂ ਮੋਬਾਈਲ ਨੰਬਰ ਵੀ ਆਪਾਂ ਲੈ ਸਕਦੇ ਹਾਂ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ WhatsApp ਗਰੁੱਪਾਂ ਦੇ ਜ਼ਰੀਏ ਵੀ ਜੁੜ ਕੇ ਆਪਾਂ ਜਾਣਕਾਰੀਆਂ 'ਚ ਵਾਧਾ ਕਰ ਸਕਦੇ ਹਾਂ, ਕਿਉਂਕਿ ਜਾਣਕਾਰੀਆਂ ਜਿੰਨੇ ਤੱਕ ਨਹੀਂ ਹੋਣਗੀਆਂ ਆਪਾਂ ਅਗਲਾ ਕਦਮ ਅੱਗੇ ਨਹੀਂ ਵਧਾ ਪਾਵਾਂਗੇ। ਸੋ ਏਰੀ ਸਾਹਿਬ, ਡਾਕਟਰ ਸੁਰਿੰਦਰ ਸਿੰਘ ਜੀ, ਨਵਦੀਪ ਜੀ, ਡਾਕਟਰ ਮਨਦੀਪ ਜੀ ਤੇ ਅੱਜ ਤਰਲੋਚਨ ਸਿੰਘ ਜੀ, ਸਤਨਾਮ ਸਿੰਘ ਜੀ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਇਸ ਸਕੂਲ ਦੇ ਜ਼ਰੀਏ, ਦੂਜੇ ਕਿਸਾਨਾਂ ਨੂੰ ਜਾਣਕਾਰੀ ਮਿਲੀ ਹੈ। बहुत बहुत मेहरबानी जी। प्रकृति गजब की ताकत है इसमें। बारिश की रिमझिम फुहारों को ही लीजिए, जब सही समय पर मिट्टी पर गिरें तो खेतों में किसान की मेहनत रंग लाती है। लेकिन वही बारिश बेमौसम हो जाए तो फिर तबाही का मंजर दिखाती है। लेकिन क्यों रहे किसान के घर की खुशियां प्रकृति पर निर्भर, जब बन सकता है वो आत्मनिर्भर। किसानों को प्राकृतिक आपदाओं की वजह से फसली नुकसान होने की स्थिति को ध्यान में रखते हुए भारत सरकार ने 2016 में प्रधानमंत्री फसल बीमा योजना की घोषणा की। इस बीमा योजना का उद्देश्य विभिन्न प्रकार की प्राकृतिक आपदाओं जैसे ओले गिरना, जल भराव, बाढ़ का आना, बादल फटना, प्राकृतिक रूप से आग लग जाना, भूस्खलन, चक्रवाती तूफान, बेमौसम बारिश, फसल की बीमारियां, आकाशीय बिजली, कीटों के हमले वगैरह से होने वाले नुकसान की स्थिति में किसानों को वित्तीय सहायता प्रदान करना है। इस बीमा योजना के अंतर्गत फसल की विभिन्न अवस्थाओं को शामिल किया गया है, यानी पूरे फसल चक्र का सुरक्षा कवच। जिस दिन फसल काटकर खेत में सुखाने के लिए फैलाई, उसके अगले ही दिन मूसलाधार बारिश हो गई, सारी उपज बर्बाद हो गई। लेकिन ये तो अच्छा था कि मैंने फसल का बीमा करा रखा था, मैं नुकसान से बच गया और क्लेम की रकम भी मुझे आसानी से मिल गई। सारा भुगतान मेरे बैंक अकाउंट में हो गया। प्रधानमंत्री फसल बीमा योजना बहुत ही लाभकारी है और इसकी प्रक्रिया बहुत ही सरल है। पहली बात तो ये समझिए कि अगर आप अधिसूचित फसलों की खेती करने वाले किसान हैं, तो आप फसल बीमा के लिए पात्र हैं। इसमें काश्तकार किसान और बटाईदार सहित सभी किसान शामिल हैं। अनाज, दलहन, तिलहन और कुछ वार्षिक वाणिज्यिक फसलों को PMFBY के अंतर्गत कवर किया जाता है। ये दुनिया की तीसरी सबसे बड़ी और कामयाब फसल बीमा योजना है।
केंद्र सरकार और राज्य सरकारों के अलावा 18 बीमा कंपनियां, 540 बैंक तथा 45,000 जन सेवा केंद्र प्रधानमंत्री फसल बीमा योजना को किसानों तक पहुंचाने में कार्यरत हैं। इस योजना में प्रीमियम कम होने के कारण सभी स्तर के किसान इसका लाभ ले सकते हैं। खरीफ फसलों के लिए बीमित राशि का 2% प्रीमियम, रबी फसलों के लिए बीमित राशि का 1.5% प्रीमियम और बागवानी एवं वाणिज्यिक फसलों के लिए 5% प्रीमियम है। किसानों के लिए ये योजना कितनी लाभदायक है, इस बात का अंदाजा इससे ही लगाया जा सकता है कि 2016 में योजना की शुरुआत के बाद पहले 3 सालों में किसानों ने प्रीमियम के रूप में 13,000 करोड़ रुपए का भुगतान किया, जबकि अब तक फसलों के नुकसान के क्लेम के रूप में उन्हें 60,000 करोड़ रुपए मिल चुके हैं। यानी जमा राशि के मुकाबले 4.5 गुना अधिक राशि दावों के रूप में प्राप्त हो चुकी है। अब तक हर साल खरीफ और रबी के मौसम के दौरान 5 करोड़ से भी अधिक किसान इस योजना से जुड़े हैं। 2020 के लिए बीमा कराने की प्रक्रिया शुरू हो चुकी है। पंजीकरण की कट ऑफ तिथि हर राज्य में अलग अलग तय होती है। अपने क्षेत्रों या गांवों की अधिसूचित फसलों की सूची, बीमित राशि एवं कट ऑफ तिथि की अधिक जानकारी के लिए आप निकटतम कृषि अधिकारी, जन सेवा केंद्र एवं बीमा कंपनी के प्रतिनिधि से संपर्क करें। www.pmfby.gov.in पर लॉगिन करके या फसल बीमा ऐप क्रॉप इंश्योरेंस ऐप का उपयोग करके अपनी फसल के नामांकन के लिए आवेदन किया जा सकता है। नामांकन के लिए इन दस्तावेजों की जरूरत होती है: नवीनतम आधार कार्ड, मोबाइल नंबर, बैंक खाता विवरण, भू अभिलेख दस्तावेज जिसमें जमीन के कागजात और राज्य सरकार द्वारा निर्देशित कोई भी अन्य दस्तावेज। कैसे मिलेगा फसल नुकसान होने पर दावे का भुगतान? PMFBY योजना में बीजों की बुआई से लेकर फसल कटाई के बाद सुखाने के उद्देश्य से खेतों में 14 दिनों तक फैलाई जाने वाली फसलों के पूरे फसल चक्र के दौरान जोखिम के कवर को प्रदान करता है। स्थानीय आपदा के कारण या अगर फसल कटाई के बाद बीमित फसलों को प्राकृतिक आपदा से नुकसान होता है तो बीमित किसान को 72 घंटे के भीतर इसकी सूचना बीमा कंपनी, बैंक या फिर राज्य सरकार के अधिकारियों या बीमा कंपनी के टोल फ्री नंबर पर देना आवश्यक है। जोखिमों में उपज हानि का आकलन फसल कटाई प्रयोगों के आधार पर किया जाता है। आपदा के कारण हुए नुकसान पर किसान को बीमा कंपनी द्वारा क्लेम राशि का उचित भुगतान मिलता है। क्लेम राशि का भुगतान सीधे किसान के बैंक खाते में किया जाता है। शिकायत निवारण के लिए किसान बीमा कंपनी, निकटतम बैंक शाखा या ब्लॉक या जिला कृषि कार्यालय में संपर्क कर सकते हैं। वो अपनी शिकायतों के लिए जिला और राज्य स्तरीय शिकायत निवारण समिति तक भी पहुंच सकते हैं। दरअसल पहले सभी ऋणी किसान जो बैंकों या वित्तीय संस्थानों से मौसमी कृषि ऋण या KCC का लाभ उठा रहे थे, उन्हें अनिवार्य रूप से इस योजना में शामिल किया जाता था। लेकिन फरवरी 2020 में किसानों के हित में नामांकन प्रक्रिया में एक बड़ा बदलाव करते हुए अब इस योजना को सभी किसानों के लिए स्वैच्छिक कर दिया गया है। प्रधानमंत्री फसल बीमा योजना किसानों को उनकी मेहनत से उगाई फसल को सुरक्षित करके देश को आत्मनिर्भर बनाने की दिशा में अहम कदम साबित हो रही है। जब किसान बढ़ेगा प्रकृति निर्भरता से आत्मनिर्भरता की ओर, तभी तो बनता है आत्मनिर्भर राष्ट्र।